75 साल इस बुजुर्ग की उम्र हो चुकी है लेकिन शादी नहीं करवाई। शादी क्यों नहीं करवाई, क्या वजह है और कितने भाई हैं, कितने भाइयों ने शादी नहीं की? बाबा जी उम्र कितनी हो गई? तकरीबन 75 है। 75 साल है। हाँ। किन्ने भराओ? 5 ਭਰਾ, ਬਾਕੀ ਦੇ ਵੱਡੇ ਨੇ ਛੋਟੇ ਨੇ? 2 ਵੱਡੇ ਨੇ 2 ਛੋਟੇ ਨੇ। ਤੇ ਕਿੰਨੇ ਭਰਾਵਾਂ ਨੇ ਸ਼ਾਦੀ ਕੀਤੀ ਹੈ? ਸਾਰਿਆਂ ਭਰਾਵਾਂ ਨੇ ਕੀਤੀ। ਤੁਸੀਂ ਕਿਉਂ ਨਹੀਂ ਕਰਵਾਈ? ਮੈਂ ਨਹੀਂ ਕਰਵਾਈ ਕਿ ਬੱਚੀ ਦੇ ਕਿ ਬਹੁਤ ਬੰਦੇ ਦੇਖੇ ਨੇ ਜਿਨ੍ਹਾਂ ਨੂੰ ਔਲਾਦ ਨਹੀਂ ਸਾਂਭਦੀ, ਬੜੇ ਔਖੇ ਹੁੰਦੇ ਨੇ, ਖਰਾਬ ਹੁੰਦੇ ਨੇ, ਘਰੋਂ ਕੱਢ ਛੱਡਦੇ ਨੇ। ਇਸ ਖਾਤਰ ਆਸਾਨੀ ਕੀਤੀ ਕਿ ਬੱਚੀ ਦੇ ਕਿ ਸਾਡਾ ਇਹ ਹਾਲ ਹੋਣਾ ਤੇ ਚਲੋ ਬਿਹਤਰ ਉਂਝ ਹੀ ਚੰਗੇ ਆ। ਬੱਚੇ ਕੱਢ ਦਿੰਦੇ ਨੇ ਪਿਓ? ਆ ਪਿਓ ਨੂੰ ਕੱਢ ਦਿੰਦੇ ਨੇ। ਧੀਆਂ ਫਿਰ ਜਿਹੜੀਆਂ ਪਰਾਏ ਘਰ ਹੁੰਦੀਆਂ ਪਿਓ ਦਾ ਮੂੰਹ ਵੇਖਣ ਨੂੰ ਤਰਸਦੀਆਂ ਰਹਿੰਦੀਆਂ ਤੇ ਬੱਚੇ ਜਿਹੜੇ ਕਹਿੰਦੇ ਨੇ ਕਿ ਬੁੱਢੀ ਆ ਗਈ ਹੁਣ ਇਹਨੇ ਕੀ ਕਰਨਾ ਹੁਣ ਸਾਡੇ ਘਰ। 75 साल इस बुजुर्ग की उम्र हो चुकी है लेकिन शादी नहीं करवाई। शादी क्यों नहीं करवाई, क्या वजह है और कितने भाई हैं, कितने भाइयों ने शादी नहीं की? उसकी वजह क्या है शादी ना करवाने की? क्या गुर्बत है, पैसे ना होने की वजह से शादी नहीं की, या फिर शादी करना ही नहीं चाहते थे और ये चाहते हैं कि ऐसे ही ठीक है बंदा, शादी का कोई फ़ायदा नहीं है, इसी तरह इबादत करें। ऑफ कैमरा हमने कुछ बातें की तो वो बातें मेरे दिमाग में थोड़ी सी बैठ गई। इनसे चलते हैं, इनसे बात करते हैं, इन्हीं से सुनते हैं इन्हीं की ज़ुबानी। अस्सलाम वालेकुम बाबा जी। वालेकुम सलाम जी। बाबा जी नाम की है अपना? मेरा नाम शमसुल आरिफीन है जी। शमसुल रफ़ी। अच्छा ते बाबा जी उम्र कितनी हो गई? तकरीबन 75 है। 75 साल है। हाँ। किन्ने भराओ? 5 ਭਰਾ, ਬਾਕੀ ਦੇ ਵੱਡੇ ਨੇ ਛੋਟੇ ਨੇ? 2 ਵੱਡੇ ਨੇ 2 ਛੋਟੇ ਨੇ। 2 ਵੱਡੇ ਨੇ ਤੇ 2 ਛੋਟੇ ਨੇ। ਜੀ ਜੀ। ਤੇ ਕਿੰਨੇ ਭਰਾਵਾਂ ਨੇ ਸ਼ਾਦੀ ਕੀਤੀ ਹੈ? ਸਾਰਿਆਂ ਭਰਾਵਾਂ ਨੇ ਕੀਤੀ ਹੈ। ਬਾਕੀ ਨੇ ਕੀਤੀ ਹੈ? ਹਾਂ ਚਮਾ ਨੇ ਕੀਤੀ ਹੈ। ਤੁਸੀਂ ਕਿਉਂ ਨਹੀਂ ਕਰਵਾਈ? ਮੈਂ ਨਹੀਂ ਕਰਵਾਈ ਕਿ ਬੱਚੀ ਦੇ ਕਿ ਬਹੁਤ ਬੰਦੇ ਦੇਖੇ ਨੇ ਜਿਨ੍ਹਾਂ ਨੂੰ ਔਲਾਦ ਨਹੀਂ ਸਾਂਭਦੀ, ਬੜੇ ਔਖੇ ਹੁੰਦੇ ਨੇ, ਖਰਾਬ ਹੁੰਦੇ ਨੇ, ਘਰੋਂ ਕੱਢ ਛੱਡਦੇ ਨੇ। ਇਸ ਖਾਤਰ ਆਸਾਨੀ ਕੀਤੀ ਕਿ ਬੱਚੀ ਦੇ ਕਿ ਸਾਡਾ ਇਹ ਹਾਲ ਹੋਣਾ ਤੇ ਚਲੋ ਬਿਹਤਰ ਉਂਝ ਹੀ ਚੰਗੇ ਆ। ਯਾਨੀ ਕਿ ਤੁਹਾਨੂੰ ਪਤਾ ਹੈ ਕਿ ਅੱਜ ਕੱਲ੍ਹ ਦੀ ਜਿਹੜੀ ਔਲਾਦ ਹੈ ਉਹ ਸਾਂਭਦੀ ਨਹੀਂ, ਮਾਂ ਬਾਪ ਦੀ ਨਹੀਂ ਬਣਦੀ, ਨਾਫਰਮਾਨੀ ਬਾਪ ਦੀ ਨਹੀਂ ਬਣਦੀ, ਮਾਂ ਦੀ ਫਿਰ ਬਣ ਜਾਂਦੀ ਹੈ। ਮਾਂ ਦੀ ਬਣ ਜਾਂਦੀ ਹੈ, ਵਾਲਿਦ ਦੀ ਨਹੀਂ ਬਣਦੀ। ਨਹੀਂ ਬਣਦੀ। ਮਾਂ ਉਹ ਸਾਂਭਦੇ ਨੇ ਪੈ ਸੁਬਦਾਰ ਸਾਹਿਬ ਦੀ ਬੇਗਮ ਨੂੰ ਤੇ ਬਾਬਾ ਜਿਹੜਾ ਹੈ ਦਾਤਾ ਸਾਹਿਬ ਪਿਆ ਹੈ। ਹਾਂਜੀ पेंशन लेने के बावजूद इतने रुलता पे। ये एक बुजुर्ग की बात करना चाह रहे हैं कि उसको उसके बेटे ने घर से बाहर निकाल दिया और वो 85,000 रुपये पेंशन ले रहा है। फौजी था, वो रिटायर फौजी था, सूबेदार था, तो उसके बेटे ने उसको घर से निकाल दिया है, वालिद को। एक ही अकेला बेटे का वालिद था वो, इसलिए कह रहे हैं कि मैंने अच्छा हुआ शादी की नहीं। वजह यही है। मेरा भी यही हाल होता, अगर मेरा बेटा तो यही हाल होता, क्योंकि आजकल बच्चों का रस्म रिवाज यही है। ਬੱਚੇ ਕੱਢ ਦਿੰਦੇ ਨੇ ਪਿਓ? ਹਾਂ ਪਿਓ ਨੂੰ ਕੱਢ ਦਿੰਦੇ ਨੇ। ਧੀਆਂ ਫਿਰ ਜਿਹੜੀਆਂ ਪਰਾਏ ਘਰ ਹੁੰਦੀਆਂ ਪਿਓ ਦਾ ਮੂੰਹ ਵੇਖਣ ਨੂੰ ਤਰਸਦੀਆਂ ਰਹਿੰਦੀਆਂ ਤੇ ਬੱਚੇ ਜਿਹੜੇ ਕਹਿੰਦੇ ਨੇ ਕਿ ਬੁੱਢੀ ਆ ਗਈ ਹੁਣ ਇਹਨੇ ਕੀ ਕਰਨਾ ਹੁਣ ਸਾਡੇ ਘਰ। ਹੁਣ ਕੀ ਕਰਨਾ? ਇਹਨੂੰ ਕੱਢੋ ਬਾਹਰ ਕਿਤੇ ਜਾ ਕੇ ਮੰਗੇ ਪਿੰਨੇ ਖਾਵੇ ਤੇ ਰੋਡਾਂ ਦੇ ਸਾਹਮਣੇ। ਬਾਬਾ ਜੀ ਇਸ ਮੁਆਸ਼ਰੇ 'ਚ ਕਿੰਨੇ % ਹੋ ਰਿਹਾ ਕੰਮ ਹੋ ਰਿਹਾ ਕਿ ਕਮ ਅਜ਼ ਕਮ ਵੀ 100 ਵਿੱਚ 33% ਹੋ ਰਿਹਾ ਹੈ ਇਹ ਕੰਮ ਹੋ ਰਿਹਾ ਹੈ? ਬਿਲਕੁਲ ਇਹ ਕੰਮ ਹੋ ਰਿਹਾ। ਆਪਣੇ ਵਾਲਿਦ ਨੂੰ ਕੱਢ ਦਿੰਦੇ ਨੇ? ਕੱਢ ਦਿੰਦੇ ਨੇ 33%। ਨਾਫਰਮਾਨ ਔਲਾਦ। ਬਿਲਕੁਲ 100 ਵਿੱਚ 33% ਇਸ ਤਰ੍ਹਾਂ ਹੀ ਹੋ ਰਹੀ ਹੈ। ਤੇ ਫਿਰ ਉਹਨਾਂ ਨੂੰ ਇਸ ਦੁਨੀਆ ਦੇ ਵਿੱਚ ਹੀ ਮਿਲ ਜਾਂਦਾ ਸਬਕ, ਮਕਾਫਾਤੇ ਅਮਲ। ਇਹ ਕਾਮਯਾਬ ਕਿਉਂ ਨੇ? ਅਫਗਾਨਿਸਤਾਨ ਕਿਉਂ ਕਾਮਯਾਬ ਹੈ? ਉਹਨਾਂ ਨੇ 3 ਸ਼ਾਦੀਆਂ ਕੀਤੀਆਂ ਹੁੰਦੀਆਂ, ਉਹਨਾਂ ਨੇ ਬੱਚੇ ਜਿਹੜੇ ਨੇ ਕਚਰਾ ਬੋਤਲਾਂ ਚੁਣ ਕੇ ਤੇ ਮਾਂ ਪਿਓ ਨੂੰ ਸਾਂਭਦੇ ਨੇ। ਹਾਂ ਸਮਝ ਗਏ ਹੋ? ਮਿਹਨਤ ਉਸ ਕੀ ਤੇ ਕਾਮਯਾਬ ਨੇ। ਹਾਂ ਮਿਹਨਤ ਕਰਵਾਉਂਦੇ ਨੇ ਸ਼ੁਰੂ ਤੋਂ ਹੀ, ਕਾਮਯਾਬ ਨੇ ਕਿ ਜਾਓ ਬੋਤਲਾਂ ਕਚਰਾ ਇਹ ਸੁਣੋ। ਉਹ 3 ਬੀਜੀਆਂ ਹੁੰਦੀਆਂ ਨੇ, ਮਰਨ ਤੱਕ ਸਾਂਭਦੀਆਂ ਨੇ। ਇਹ ਹੁਣ ਵਿਚਾਰਾ ਸੁਬੇਦਾਰ ਰੋਡ ਤੇ ਰੁਲਦਾ ਪਿਆ। ਇਹਨੇ ਤਿਆਰ ਹਾਂ ਤੇ ਇਹਨੇ ਸਰਕਾਰ ਮੇਰੀ ਕਮਾਈ ਇਹਨਾਂ ਨੇ ਆਪਣੇ ਔਲਾਦ ਨੂੰ ਅਯਾਸ਼ੀ ਕਰਵਾਈ ਹੋਏਗੀ ਨਾ? ਅਯਾਸ਼ੀ ਕਰਾਈ ਹੈ ਤੇ ਅਯਾਸ਼ੀ ਦਾ ਸਿਲਾ ਪਿਆ ਮਿਲਦਾ ਉਹਨੂੰ। ਇਹ ਤਾਂ ਹੋਰ ਉਹਨੂੰ ਵੱਧ ਕੇ ਕੀ ਲੱਭੇ। यानी कि आपका कहना है कि आपने शादी इस वजह से नहीं की कि औलाद नाफरमान निकलती है? चीज़ ये है कि पहले तो मेरा अपना घर नहीं था। अच्छा। दूसरी बात ये है कि मैं ये खर्चों से भी फर्क था, अपने आप को कमाता था जो खा लेता था बस। काम क्या करते थे? काम पल्लेदारी का। पल्लेदारी का काम करते? हाँ पल्लेदारी का काम। यानी कि इतना कमा लेते थे कि आपको लगता था? कपड़ा चीड़ा और खाना पीना करता था, इससे ज़्यादा कमाता ही नहीं था। माँ बाप हयात है कि नहीं? माँ बाप तो मैं 15 साल का था फौत हो गए। बहनें हैं? बहन भी एक थी फौत हो गई है, वो मतरेरी बहन थी। अच्छा ओहो, बस सिर्फ भाई है? भाइयों से मुलाकात होती है? हाँ बिल्कुल, वो तो कहते हैं हमारे पास रहो खाओ पियो। मैं ऐसे नहीं करता। मैं आपको आप बड़े हो, सिला नहीं दिया तो मैं अभी आपसे कैसे? आप बड़े हो? ना 2 बड़े हैं 2 छोटे हैं। 2 छोटे हैं 2 बड़े। भाइयों ने भी नहीं सोचा कि यार इस भाई की शादी करवा दो? नहीं वो कहते थे करो शादी, हम तेरे साथ तावन करते हैं। मैंने बोला नहीं करनी है, छोड़ो। नहीं करनी? नहीं करनी। सारी उम्र ऐसे भी तो नहीं ना रहना।
وہ ایسے اچھا ہے، ایسے اچھا ہے. ابھی یہ حال نہیں ہونا تھا میرے ساتھ بھی، یہ حال ہوتا. یہ بھائی صوبے دار اللہ نہ کل کو بیمار ہو جاؤ گے، خیال کس نے بیمار ہو جاؤں گا تو اوپر والا ہے نا. جب اپنا حضرت علی علیہ السلام تھے، انہوں نے مزدوری کی تو اس نے بولا تھوڑا اور کام کر لو اور پیسے دوں گا. اس نے بولا کہ یہ جو کام کیا ہے آدھا اللہ کے نام پہ آدھا اپنے نام پہ. اگر کل کا کیا کرو گے؟ کل اگر زندگی ہوگی رزق بھی دے گا. صحیح بات. اگر زندگی ہوگی تو رزق ملے گا. رزق ملے گا، یہ بس تو پکا ہے. اگر محتاج ہو جاؤں گا سارا اللہ ہے، کسی کی ضرورت نہیں پڑے گی. بالکل نہ صحیح بات. بچوں کی ضرورت نہیں پڑے گی. یعنی کہ دنیا میں بندہ انسان اکیلا ہی آتا ہے، اکیلا ہی جاتا ہے. کہ لے جاتا ہے، لیکن جس کو توقع اللہ پہ ہے اس کو اللہ پاک اللہ خیال اکیلا رکھتا نہیں ہے. چھوڑتا. ایسے ہی ہے. جو اکیلا ہے نا اس کو یہ توقع اگر اللہ پہ رکھتا ہے تو اس کو اللہ پہ بھروسہ ہے تو اس کو اللہ کبھی اکیلا نہیں چھوڑے گا اور ساتھ دے گا اس کا اللہ. ویسے دل کبھی کیا آپ کا کہ یار شادی کر ہی لو آج؟ نہیں کبھی نہیں دل کیا اور نہ ہی سوچا بھی نہیں ہے. جوانی میں بھی نہیں؟ ہاں اچھا. بالکل نہیں. مطلب ہوتا ہے نا کہ یار باقی بھائیوں کی شادی پہ جان ہی نہیں تھا. باقی بھائیوں کی شادی دیکھی ہے؟ میں ایک دو میں شریک ہوا ہوں. اچھا. بس ایک دو بھائیوں کی شادی میں شریک ہو؟ ہاں. نہیں پردیش میں مزدوری کرتا تھا، اپنا کھاتا تھا. پردیس کہاں پہ؟ ادھر لاہور میں کیا ہے، کراچی میں ساری عمر گزاری ہے. اچھا اچھا اچھا. صحیح ہو گیا. یہ جی بابا جی کی کہانی ہے. 75 سال ان کی عمر ہو گئی ہے، شادی نہیں کروائی، اور ابھی کروانا چاہتے ہیں؟ نہ یہ زندگی میں نہیں کرائی تو ابھی کروانا چاہتے کہ ایسی نمو کرام عورتوں سے بہتر ہے کہ ایسے مر جائے. عورتیں بھی آج کل کی نمو کرام ہیں. یہ 100 کی 100 دوزخ میں جائے گی، یہ ایک بھی جنت میں نہیں جائے گی. یہ میں 100% سے میں اتنی نفرت کیوں؟ یہ حضور پاک نے فرمایا ہوا ہے، میں نے نہیں اپنے پاس سے بولا. اس نے بولا کہ مردوں سے عورتیں زیادہ دوزخ میں ہوں گی. نہیں اتنی نفرت عورتوں سے؟ نفرت نہیں ہے، یہ حضور پاک کا فرمان ہے، عورتوں سے حکم رسول ہے کہ مردوں سے زیادہ عورتیں دوزخ میں ہوں گی. اور نہیں مردوں کو کھینچ کے لے جائیں گی یہ عورتیں. اچھی عورتیں بھی ہیں اس معاشرے میں، اچھی جو ہیں وہ باپردہ ہوتی ہیں، وہ عبادت کرتی 70 ہیں. حوروں سے اوپر ہوئیں گی، افضل ہوئیں گی. جو اچھی ہے نا وہ 70 حوروں سے افضل ہوئیں گی. نہیں تو ایسی عورتیں ہیں جو کہ اچھے بھلے مرد کو بھی ساتھ خراب کر دیتی ہیں نا. خراب کیا کرتی ہیں کہ یہ مرد کا حقوق نہیں جانتی، مرد عورت کا حقوق نہیں جانتا، شریعت کا نہیں جانتے، تو پھر ان کے ساتھ اصول یہی حساب ہوگا نا. دنیا کا یہی حساب ہوگا. جب عورت کے حقوق مرد نہ جانے، مرد کے حقوق عورت نہ جانے، وہ دونوں دوست بھی ہیں اور ان کا حالات بھی آخر میں یہ آخرت ان کی ایسے خراب ہوگی. صحیح بات ہے. آج کل تو ویسے ہی یقین مانے کہ لوگ اگر خسرے نچائے ہیں تو آج یہ خسروں کی طرح خود نچ رہا ہے. دیکھ لو، یہ دکھانا بہت ضروری تھا ناظرین. اور آج کل کے جو معاشرے میں ہمارے ہو رہا ہے، یقین مانے گھر میں فساد ہو جاتے ہیں اور طلاقیں ہونے کے باوجود میاں بیوی بن کر گھر میں رہتے ہیں اور وہ زنا ہو رہا ہے. یعنی کہ حضور پاک صلی اللہ علیہ وسلم نے فرمایا تھا کہ ایک دن ایسا آئے گا کہ مرد اپنی بیویوں کے ساتھ زنا کریں گے، اور وہ آج یہ معاشرہ ہے، یہ وقت ہے. کیونکہ آج کل تقریباً 25 سے 30% ایسے گھر ہیں جن میں طلاقیں ہو جاتی ہیں زبان سے، منہ سے، اس کے بعد پھر بھی وہ رشتہ بنا کے رکھتے ہیں اور وہ تعلق بنا کر رکھتے ہیں. حرام کا رشتہ جو چل رہا تھا. اللہ پاک کے نبی نے بتایا کہ وہ تیرے مرد کے تیرے پر اتنے حقوق ہیں کہ اس کے بدن پہ سارے چھالے اور تھوڑے نکل آئیں، ان میں پیپ پڑ جائے، تو اپنی زبان سے چاٹ کے صاف کرے، پھر بھی حق پورا ادا نہیں کیا. اس سے آگے کیا ہے؟ اس طرح کے تو عورتوں کے بھی حقوق بتائے گئے ہیں نا. عورتوں کا تو حقوق یہ ہیں کہ جو بھی شریعت کے حقوق ہیں وہ مرد اس اصول سے چلے تو اللہ نیک اولاد دے گا. بالکل. اگر اس پہ نہیں چلے گا، اگر وہ عیاشی سمجھ کے عورت کو استعمال کرے گا، اس کی اولاد اس طرح کی نکلے گی. صحیح ہو گیا جی. یہ دکھانا ضروری تھا، اس کو شیئر کریں. اللہ حافظ.